Hello students, I am Gurshan Singh Brad and today we will discuss first chapter of your English main course book, The Happy Prince, written by Oscar Wilde. This is the story of a prince who always remained happy when he was alive. But when he died, his statue was placed on a high column above the city and he could see all the miseries of the city people. Let's start line by line Punjabi explanation of this chapter and I hope you will enjoy it and get a moral lesson from this story. Chapter name is The Happy Prince, Khush Rajkumar. High above the city, on a tall column stood the statue of the Happy Prince. ਸ਼ਹਿਰ ਦੀ ਉਚਾਈ ਦੇ ਉੱਪਰ ਇੱਕ ਕਾਲਮ ਦੇ ਉੱਪਰ stood the statue of the Happy Prince. ਸ਼ਹਿਰ ਦੀ ਉਚਾਈ ਦੇ ਵਿੱਚ ਇੱਕ ਕਾਲਮ ਲੱਗਾ ਹੋਇਆ ਸੀ, ਇੱਕ ਸਤੰਭ ਲੱਗਿਆ ਹੋਇਆ ਸੀ ਜਿਸ ਉੱਪਰ ਹੈਪੀ ਪ੍ਰਿੰਸ ਦਾ ਸਟੈਚੂ ਖੜਾ ਸੀ. He was gilded all over with thin leaves of fine gold. ਉਹ ਪੂਰੀ ਤਰ੍ਹਾਂ ਗੋਲਡ ਦੀਆਂ ਪੱਤੀਆਂ ਦੇ ਨਾਲ ਢਕਿਆ ਹੋਇਆ ਸੀ. For eyes he had two bright sapphires. ਉਸ ਦੀਆਂ ਅੱਖਾਂ ਦੇ ਲਈ ਉਸ ਕੋਲ ਕੀ ਸਨ? ਦੋ ਚਮਕੀਲੇ ਨੀਲਮ. ਇਹ ਨੀਲਮ ਕੀ ਹੁੰਦੇ ਹਨ ਬੇਟਾ? ਇਹ ਹੀਰਿਆਂ ਦੇ ਵਾਂਗ ਹੀ ਹੁੰਦੇ ਹਨ, ਜੋ ਕੀ ਹੈ ਉਸ ਦੀਆਂ ਅੱਖਾਂ ਦੀ ਜਗ੍ਹਾ ਤੇ ਦੋ ਬ੍ਰਾਈਟ ਸੈਫਾਇਰਸ ਲੱਗੇ ਹੋਏ ਸਨ ਐਂਡ ਅ ਲਾਰਜ ਰੂਬੀ, ਰੈੱਡ ਰੂਬੀ ਗਲੋਡ ਔਨ ਹਿਸ ਸਵੋਰਡ ਹਿਲਟ. ਅਤੇ ਇੱਕ ਲਾਲ ਰੰਗ ਦਾ ਹੀਰਾ ਉਸ ਦੀ ਤਲਵਾਰ ਦੇ ਮੁੱਠੇ ਦੇ ਉੱਪਰ ਲੱਗਿਆ ਹੋਇਆ ਸੀ. ਸਵੋਰਡ ਕੀ ਹੁੰਦਾ ਹੈ? ਤਲਵਾਰ. ਹਿਲਟ ਹੁੰਦਾ ਹੈ ਤਲਵਾਰ ਦਾ ਜੋ ਮੁੱਠਾ ਹੁੰਦਾ ਹੈ, ਉਸ ਦੇ ਉੱਪਰ ਇੱਕ ਲਾਲ ਰੰਗ ਦਾ ਰੂਬੀ ਲੱਗਿਆ ਹੋਇਆ ਸੀ. ਇਹ ਬੇਟਾ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ ਕਿ ਉਸ ਦੀਆਂ ਅੱਖਾਂ ਦੇ ਲਈ ਉਸਦੇ ਕੋਲ ਕੀ ਸਨ? ਦੋ ਬ੍ਰਾਈਟ ਚਮਕੀਲੇ ਸੈਫਾਇਰ ਸਨ ਅਤੇ ਇੱਕ ਤਲਵਾਰ ਦੇ ਮੁੱਠੇ ਦੇ ਉੱਪਰ ਕੀ ਸੀ? ਰੈੱਡ ਰੂਬੀ. One night there flew over the city a little swallow. ਇੱਕ ਰਾਤ ਉੱਥੇ ਇੱਕ ਛੋਟਾ ਸਵੈਲੋ ਕੀ ਹੁੰਦਾ ਹੈ? ਅਬਾਬੀਲ. ਇੱਕ ਛੋਟਾ ਪੰਛੀ ਹੁੰਦਾ ਹੈ, ਗਾਉਣ ਵਾਲਾ ਪੰਛੀ ਇਸ ਨੂੰ ਕਿਹਾ ਜਾਂਦਾ ਹੈ, ਜੋ ਕੀ ਹੈ ਇੱਕ ਰਾਤ ਸ਼ਹਿਰ ਦੇ ਉੱਪਰ ਦੀ ਉੜਦਾ ਹੋਇਆ ਆਇਆ. His friends had gone away to Egypt 6 weeks before. ਉਸਦੇ ਜੋ ਮਿੱਤਰ ਸਨ 6 ਹਫ਼ਤੇ ਪਹਿਲਾਂ ਹੀ ਇਜਿਪਟ, ਮਿਸਰ ਦੇਸ਼ ਚਲੇ ਗਏ ਸਨ. ਕਿਸ ਦੇਸ਼ ਚਲੇ ਗਏ ਸਨ? ਇਜਿਪਟ. ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਉਸਦੇ ਦੋਸਤ ਜੋ ਸਨ ਉਹ ਇਜਿਪਟ ਦੇ ਵੱਲ 6 ਹਫ਼ਤੇ ਪਹਿਲਾਂ ਹੀ ਚਲੇ ਗਏ ਸਨ. ਬਟ ਹੀ ਹੈਡ ਸਟੇਡ ਬਿਹਾਈਂਡ. ਪਰ ਉਹ ਪਿੱਛੇ ਰਹਿ ਗਿਆ ਸੀ. ਦੈਨ ਹੀ ਡਿਸਾਈਡਡ ਟੂ ਗੋ ਟੂ ਇਜਿਪਟ ਟੂ. ਫਿਰ ਉਸਨੇ ਵੀ ਇਜਿਪਟ ਜਾਣ ਦਾ ਫੈਸਲਾ ਕੀਤਾ. All day long he flew and at night time he arrived at the city. ਸਾਰਾ ਦਿਨ ਉਹ ਉੜਦਾ ਰਿਹਾ ਅਤੇ ਰਾਤ ਦੇ ਸਮੇਂ ਕੀ ਹੈ ਉਹ ਸ਼ਹਿਰ ਵਿੱਚ ਪਹੁੰਚਿਆ. Where shall I put up? he said. ਉਹ ਆਪਣੇ ਆਪ ਨੂੰ ਹੀ ਇੱਕ ਕੁਐਸਚਨ ਕਰਦਾ ਹੈ ਕਿ ਮੈਨੂੰ ਕਿੱਥੇ ਰੁਕਣਾ ਚਾਹੀਦਾ ਹੈ. I hope the town has made preparations. ਉਹ ਕੀ ਸੋਚਦਾ ਹੈ? ਆਪਣੇ ਮਨ ਦੇ ਵਿੱਚ ਹੀ ਸੋਚ ਰਿਹਾ ਹੈ ਕਿ ਮੈਂ ਆਸ ਕਰਦਾ ਹਾਂ ਕਿ ਸ਼ਹਿਰ ਦੇ ਵਿੱਚ ਸ਼ਾਇਦ ਕੋਈ ਪ੍ਰੈਪਰੇਸ਼ਨਸ ਕੀਤੀਆਂ ਹੋਣ, ਮੇਰੇ ਲਈ ਸ਼ਾਇਦ ਕੋਈ ਇੰਤਜ਼ਾਮ ਕੀਤਾ ਹੋਇਆ ਹੋਵੇ. Then he saw the statue on the tall column. ਫਿਰ ਉਹ ਕੀ ਦੇਖਦਾ ਹੈ? ਇੱਕ ਸਟੈਚੂ ਦੇਖਦਾ ਹੈ ਜੋ ਕਿ ਇੱਕ ਉੱਚੇ ਸਤੰਭ ਦੇ ਉੱਪਰ ਲੱਗਿਆ ਹੋਇਆ ਹੈ. I will put up there, he cried. ਉਹ ਉੱਚੀ ਆਵਾਜ਼ ਵਿੱਚ ਚਿਲਾਉਂਦਾ ਹੈ ਕਿ ਹਾਂ ਮੈਂ ਇੱਥੇ ਹੀ ਰੁਕਾਂਗਾ. It is a fine position with plenty of fresh air. ਉਹ ਕੀ ਸੋਚਦਾ ਹੈ? ਇਹ ਬਹੁਤ ਹੀ ਵਧੀਆ ਜਗ੍ਹਾ ਹੈ ਜਿੱਥੇ ਬਹੁਤ ਜ਼ਿਆਦਾ ਫਰੈਸ਼ 에ਅਰ ਵੀ ਆ ਰਹੀ ਹੈ. So he alighted just between the feet of the happy prince. ਇਸ ਲਈ ਉਹ ਕੀ ਹੈ? ਉੱਪਰ ਤੋਂ ਇੱਕਦਮ ਥੱਲੇ ਆ ਜਾਂਦਾ ਹੈ ਅਤੇ ਹੈਪੀ ਪ੍ਰਿੰਸ ਦੇ ਪੈਰਾਂ ਦੇ ਵਿੱਚ ਆ ਕੇ ਬੈਠ ਜਾਂਦਾ ਹੈ. I have a golden bedroom, he said softly to himself as he looked around. ਜਿਉਂ ਹੀ ਉਹ ਆਪਣੇ ਚਾਰੇ ਪਾਸੇ ਵੇਖਦਾ ਹੈ ਤੇ ਕੀ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਇੱਕ 골ਡਨ ਬੈਡਰੂਮ ਹੈ. And he prepared to go to sleep. ਅਤੇ ਫਿਰ ਉਹ ਸੌਣ ਦੀ ਤਿਆਰੀ ਕਰਨ ਲੱਗ ਜਾਂਦਾ ਹੈ. But just as he was putting his head under his wing, a large drop of water fell on him. ਪਰ ਜਿਉਂ ਹੀ ਉਹ ਆਪਣਾ ਸਿਰ ਆਪਣੇ ਖੰਭਾਂ ਦੇ ਵਿੱਚ ਰੱਖਦਾ ਹੈ, ਤੁਸੀਂ ਦੇਖਿਆ ਹੀ ਹੋਣਾ ਕਿ ਜਦ ਪੰਛੀ ਸੌਂਦੇ ਹਨ
ਤਾਂ ਉਹ ਆਪਣੀ ਚੁੰਝ ਨੂੰ ਕੀ ਕਰਦੇ ਆ, ਆਪਣੇ ਖੰਭਾਂ ਦੇ ਵਿੱਚ ਲੁਕੋ ਲੈਂਦੇ ਆ। ਜਦ ਹੀ ਉਹ ਇਸ ਤਰ੍ਹਾਂ ਕਰਦਾ ਹੈ, ਇੱਕ ਡ੍ਰੌਪ, ਇੱਕ ਪਾਣੀ ਦੀ ਜੋ ਬੂੰਦ ਹੈ ਉਸ ਦੇ ਉੱਪਰ ਡਿੱਗ ਪੈਂਦੀ ਹੈ। What a curious thing, he cried. ਕਿੰਨੀ ਅਜੀਬ ਗੱਲ ਹੈ, ਉਹ ਚਿল্ਲਾਉਂਦਾ ਹੈ। There is not a single cloud in the sky. The stars are quite clear and bright, and yet it is raining. ਕੀ ਸੋਚਦਾ ਹੈ ਉਹ? ਆਕਾਸ਼ ਦੇ ਵਿੱਚ ਕੋਈ ਬੱਦਲ ਵੀ ਨਹੀਂ ਹੈ, ਜੋ ਸਟਾਰਸ ਹਨ, ਤਾਰੇ ਹਨ, ਉਹ ਵੀ ਬਿਲਕੁਲ ਸਾਫ਼ ਦਿਖ ਰਹੇ ਹਨ, ਚਮਕੀਲੇ ਹਨ। ਐਂਡ ਜੈਟ ਇਟ ਇਜ਼ ਰੇਨਿੰਗ, ਫਿਰ ਵੀ ਬਰਸਾਤ ਹੋ ਰਹੀ ਹੈ। ਦੈਨ ਅਨਦਰ ਡ੍ਰੌਪ ਫੈਲ, ਫਿਰ ਇੱਕ ਹੋਰ ਬੂੰਦ ਉਸਦੇ ਉੱਪਰ ਡਿੱਗਦੀ ਹੈ। What is the use of a statue if we cannot keep the rain off? ਉਹ ਸੋਚਦਾ ਹੈ ਕਿ ਇਸ ਸਟੈਚੂ ਦਾ ਕੀ ਫਾਇਦਾ ਜੇਕਰ ਇਹ ਬਰਸਾਤ ਤੋਂ ਹੀ ਨਹੀਂ ਬਚਾ ਸਕਦਾ। I must look for a good chimney pot, and he determined to fly away. ਫਿਰ ਉਹ ਕੀ ਸੋਚਦਾ ਹੈ ਕਿ ਮੈਂ ਜ਼ਰੂਰ ਇੱਕ ਚਿਮਨੀ ਪੋਟ, ਇੱਕ ਚਿਮਨੀ ਲੱਭਦਾ ਹਾਂ ਅਤੇ ਉੱਥੇ ਹੀ ਰੁਕਾਂਗਾ। ਇਸ ਲਈ ਉਹ ਪੂਰਾ ਪੱਕਾ ਫੈਸਲਾ ਕਰ ਲੈਂਦਾ ਹੈ ਕਿ ਮੈਂ ਇੱਕ ਚਿਮਨੀ ਪੋਟ ਲੱਭਦਾ ਹਾਂ ਅਤੇ ਉੱਥੇ ਰੁਕਾਂਗਾ। ਬਟ ਬਿਫੋਰ ਹੀ ਹੈਡ ਓਪਨਡ ਹਿਜ਼ ਵਿੰਗਸ ਏ ਥਰਡ ਡ੍ਰੌਪ ਫੈਲ। ਪਰ ਜਿਉਂ ਹੀ ਉੱਡਣ ਦੇ ਲਈ ਉਹ ਆਪਣੇ ਖੰਭ ਖੋਲਦਾ ਹੈ, ਇੱਕ ਤੀਸਰੀ ਬੂੰਦ ਉਸਦੇ ਉੱਪਰ ਆ ਕੇ ਡਿੱਗ ਪੈਂਦੀ ਹੈ। And he looked up and saw, what did he see? ਉੱਪਰ ਦੇਖਦਾ ਹੈ ਅਤੇ ਦੇਖੋ ਉਸਨੇ ਕੀ ਵੇਖਿਆ। The eyes of the happy prince were filled with tears. ਹੈਪੀ ਪ੍ਰਿੰਸ ਦੀਆਂ ਅੱਖਾਂ ਹੰਝੂਆਂ ਦੇ ਨਾਲ ਭਰੀਆਂ ਹੋਈਆਂ ਸਨ। And tears were running down his golden cheeks. ਅਤੇ ਜੋ ਹੰਝੂ ਸਨ ਉਸ ਦੀਆਂ ਗੋਲਡਨ, ਸੋਨੇ ਦੀਆਂ ਗੱਲਾਂ ਦੇ ਉੱਪਰ ਦੀ ਵਗ ਰਹੇ ਸਨ। His face was so beautiful in the moonlight. ਉਸਦਾ ਚਿਹਰਾ ਮੂਨਲਾਈਟ ਦੇ ਵਿੱਚ, ਚੰਦਰਮਾ ਦੀ ਰੋਸ਼ਨੀ ਦੇ ਵਿੱਚ ਬਹੁਤ ਹੀ ਸੁੰਦਰ ਲੱਗ ਰਿਹਾ ਸੀ। That the little swallow was filled with pity. ਕਿ ਛੋਟੇ ਸਵੈਲੋ ਨੂੰ, ਉਸ ਅਬਾਬੀਲ ਨੂੰ ਹੈਪੀ ਪ੍ਰਿੰਸ ਉੱਪਰ ਤਰਸ ਆ ਜਾਂਦਾ ਹੈ। Who are you? he said. ਹੈਪੀ ਪ੍ਰਿੰਸ ਨੂੰ ਪੁੱਛਦਾ ਹੈ ਉਹ ਸਵੈਲੋ ਕਿ ਤੁਸੀਂ ਕੌਣ ਹੋ? I am the happy prince. ਮੈਂ ਹੈਪੀ ਪ੍ਰਿੰਸ ਹਾਂ। Why are you weeping then? ਫਿਰ ਤੂੰ ਰੋ ਕਿਉਂ ਰਿਹਾ ਹੈ? ਜੇਕਰ ਤੂੰ ਹੈਪੀ ਪ੍ਰਿੰਸ ਹੈ, ਖੁਸ਼ ਰਾਜਕੁਮਾਰ ਹੈ, ਫਿਰ ਤੂੰ ਰੋ ਕਿਉਂ ਰਿਹਾ ਹੈ? ਆਸਕਡ ਦ ਸਵੈਲੋ, ਸਵੈਲੋ ਨੇ ਇਹ ਕੁਐਸਚਨ ਕੀਤਾ। You have quite drenched me. ਤੂੰ ਤਾਂ ਮੈਨੂੰ ਬਿਲਕੁਲ ਭਿਉਂ ਹੀ ਦਿੱਤਾ ਹੈ, ਗਿੱਲਾ ਕਰ ਦਿੱਤਾ ਹੈ। When I was alive and had a human heart, answered the statue. ਜਦੋਂ ਮੈਂ ਜਿਉਂਦਾ ਸੀ ਅਤੇ ਮੇਰੇ ਕੋਲ ਵੀ ਇੱਕ ਮਨੁੱਖੀ ਦਿਲ ਸੀ, ਇਹ ਸਟੈਚੂ, ਜੋ ਹੈਪੀ ਪ੍ਰਿੰਸ ਦਾ ਸਟੈਚੂ ਹੈ, ਉਹ ਇਹ ਆਨਸਰ ਦੇ ਰਿਹਾ ਹੈ ਕਿ ਜਦ ਮੈਂ ਜਿਉਂਦਾ ਸੀ ਅਤੇ ਮੇਰੇ ਕੋਲ ਵੀ ਇੱਕ ਹਿਊਮਨ ਹਾਰਟ ਸੀ। I did not know what tears were. ਮੈਂ ਨਹੀਂ ਜਾਣਦਾ ਸੀ ਕਿ ਹੰਝੂ ਕੀ ਹੁੰਦੇ ਸਨ। For I lived in the palace. ਕਿਉਂਕਿ ਮੈਂ ਇੱਕ ਮਹਿਲ ਵਿੱਚ ਰਹਿੰਦਾ ਸੀ। Where sorrow is not allowed to enter. ਜਿੱਥੇ ਦੁੱਖਾਂ ਨੂੰ ਐਂਟਰ ਹੋਣ ਦੀ ਵੀ ਆਗਿਆ ਨਹੀਂ ਹੈ। My courtiers called me the happy prince, and happy indeed I was. ਮੇਰੇ ਦਰਬਾਰੀ ਮੈਨੂੰ ਹੈਪੀ ਪ੍ਰਿੰਸ ਕਹਿੰਦੇ ਸੀ ਅਤੇ ਮੈਂ ਸੱਚਮੁੱਚ ਖੁਸ਼ ਹੀ ਸੀ। So I lived and so I died. ਇਸੇ ਤਰ੍ਹਾਂ ਹੀ ਮੈਂ ਜਿਉਇਆ ਅਤੇ ਇਸੇ ਤਰ੍ਹਾਂ ਮਰਿਆ। ਖੁਸ਼ੀ ਮੈਂ ਜਿਉਇਆ ਸੀ ਅਤੇ ਖੁਸ਼ ਹੀ ਮੈਂ ਮਰ ਗਿਆ ਸੀ। And now that I am dead, they have set me up here so high. ਹੁਣ ਜਦ ਕਿ ਮੈਂ ਮਰ ਗਿਆ ਹਾਂ ਅਤੇ ਉਹਨਾਂ ਨੇ ਮੈਨੂੰ ਇਸ ਬਹੁਤ ਹੀ ਉੱਚੀ ਉਚਾਈ ਉੱਪਰ ਲਗਾ ਦਿੱਤਾ ਹੈ, that I can see the ugliness and all the misery of the city. ਕਿ ਮੈਂ ਸਾਰਾ ਭੱਦਾਪਣ ਅਤੇ ਸਾਰੇ ਦੁੱਖ, ਜੋ ਵੀ ਸ਼ਹਿਰ ਦਾ ਭੱਦਾਪਣ ਹੈ, ਜੋ ਦੁੱਖ ਹਨ, ਉਹ ਮੈਂ ਦੇਖ ਸਕਦਾ ਹਾਂ। And though my heart is made of lead. ਅਤੇ ਭਾਵੇਂ ਮੇਰਾ ਦਿਲ ਇੱਕ ਧਾਤ ਦਾ ਬਣਿਆ ਹੋਇਆ ਹੈ, ਲੈਡ ਦਾ ਬਣਿਆ ਹੋਇਆ ਹੈ, yet I cannot choose but weep. ਫਿਰ ਵੀ ਮੈਂ ਰੋਏ ਬਿਨਾਂ ਨਹੀਂ ਰਹਿ ਸਕਦਾ। ਕਿਉਂਕਿ ਉਹ ਦੱਸਦਾ ਹੈ ਨਾ ਕਿ ਮੈਂ ਸ਼ਹਿਰ ਦੇ ਲੋਕਾਂ ਦੇ ਇੰਨੇ ਜ਼ਿਆਦਾ ਦੁੱਖ ਦੇਖ ਸਕਦਾ ਹਾਂ ਅਤੇ ਭਾਵੇਂ ਦੀ ਮੇਰਾ ਦਿਲ ਇੱਕ ਲੈਡ ਦਾ ਬਣਿਆ ਹੋਇਆ ਹੈ, ਇੱਕ ਧਾਤ ਦਾ ਬਣਿਆ ਹੋਇਆ ਹੈ, ਫਿਰ ਵੀ ਕੀ ਹੈ, ਮੈਂ ਰੋਏ ਬਿਨਾਂ ਨਹੀਂ ਰਹਿ ਸਕਦਾ। What? Is he not solid gold? said the swallow to himself. ਸਵੈਲੋ ਆਪਣੇ ਆਪ ਨੂੰ ਹੀ ਇੱਕ ਕੁਐਸਚਨ ਕਰਦਾ ਹੈ ਕਿ ਇਹ ਸੋਲਿਡ ਗੋਲਡ ਦਾ ਨਹੀਂ ਬਣਿਆ ਹੋਇਆ। He was too polite to make any personal remarks. ਪਰ ਉਹ ਕੋਈ ਆਪਣੇ ਵੱਲੋਂ ਪਰਸਨਲ ਰਿਮਾਰਕਸ, ਆਪਣੇ ਵੱਲੋਂ ਬੋਲ ਕੇ ਕੁਝ ਵੀ ਨਹੀਂ ਕਹਿੰਦਾ। Far away, continued the statue in a low musical voice. Far away in a little street there is a poor house. ਹੁਣ
ਜੋ ਸਟੈਚੂ ਹੈ ਹੈਪੀ ਪ੍ਰਿੰਸ ਦਾ ਸਟੈਚੂ ਹੈ ਉਹ ਇੱਕ ਮਿਊਜ਼ੀਕਲ ਵੌਇਸ ਦੇ ਵਿੱਚ ਬੋਲਦਾ ਹੀ ਰਹਿੰਦਾ ਹੈ। ਕੀ ਕਹਿੰਦਾ ਹੈ? ਫਾਰ ਅਵੇ, ਦੂਰ, ਇਨ ਅ ਲਿਟਲ ਸਟਰੀਟ, ਇੱਕ ਛੋਟੀ ਜਿਹੀ ਗਲੀ ਦੇ ਵਿੱਚ, ਦੇਅਰ ਇਜ਼ ਅ ਪੂਅਰ ਹਾਊਸ, ਇੱਕ ਗਰੀਬ ਜਿਹਾ ਘਰ ਹੈ। ਉਹ ਸਵੈਲੋ ਨੂੰ ਦੱਸ ਰਿਹਾ ਹੈ ਕਿ ਦੂਰ ਇੱਕ ਗਲੀ ਦੇ ਵਿੱਚ ਛੋਟਾ ਜਿਹਾ ਘਰ ਹੈ, ਮੈਂ ਦੇਖ ਰਿਹਾ ਹਾਂ। ਵਨ ਆਫ ਦਾ ਵਿੰਡੋਜ਼ ਇਜ਼ ਓਪਨ, ਉਸ ਘਰ ਦੀਆਂ ਖਿੜਕੀਆਂ ਦੇ ਵਿੱਚੋਂ ਇੱਕ ਖਿੜਕੀ ਖੁੱਲੀ ਹੋਈ ਹੈ। ਐਂਡ ਥਰੂ ਇਟ ਆਈ ਕੈਨ ਸੀ ਅ ਵੂਮਨ ਸੀਟਡ ਐਟ ਏ ਟੇਬਲ, ਅਤੇ ਉਸ ਖਿੜਕੀ ਦੇ ਵਿੱਚੋਂ ਦੀ ਮੈਂ ਦੇਖ ਸਕਦਾ ਹਾਂ ਕਿ ਇੱਕ ਔਰਤ ਜੋ ਕਿ ਟੇਬਲ ਦੇ ਉੱਪਰ ਬੈਠੀ ਹੈ। ਹਰ ਫੇਸ ਇਜ਼ ਥਿਨ ਐਂਡ ਵਾਰਨ, ਉਸ ਦਾ ਚਿਹਰਾ ਪਤਲਾ ਜਿਹਾ ਹੈ ਅਤੇ ਵਾਰਨ ਪਾਟਿਆ ਜਿਹਾ ਚਿਹਰਾ ਹੈ। ਐਂਡ ਸ਼ੀ ਹੈਜ਼ ਕੋਰਸ ਰੈਡ ਹੈਂਡਸ, ਅਤੇ ਉਸਦੇ ਖੁਰਦਰੇ ਅਤੇ ਲਾਲ ਜਿਹੇ ਹੱਥ ਹਨ। ਆਲ ਪ੍ਰਿਕਡ ਬਾਈ ਦਾ ਨੀਡਲ, ਪੂਰੀ ਤਰ੍ਹਾਂ ਉਹ ਕੀ ਹੈ? ਖੁਦੇ ਹੋਏ ਹਨ। ਪ੍ਰਿਕਡ ਹੁੰਦਾ ਖੁਦੇ ਹੋਏ, ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਨਾ ਕਿ ਸੂਈ ਵੱਜ ਕੇ ਆਪਣੇ ਹੱਥ ਥੋੜੇ ਜਿਹੇ ਕੀ ਹੈ ਮਾਸ ਫਟ ਜਾਂਦਾ ਹੈ ਸੂਈ ਦੇ ਨਾਲ, ਉਸ ਨੂੰ ਕੀ ਕਹਿੰਦੇ ਹਨ? ਪ੍ਰਿਕਡ। ਪੂਰੀ ਤਰ੍ਹਾਂ ਕੀ ਹਨ ਉਸਦੇ ਹੱਥ, ਉਸ ਜੋ ਔਰਤ ਹੈ ਉਸਦੇ ਹੱਥ ਪੂਰੀ ਤਰ੍ਹਾਂ ਸੂਈ ਦੇ ਨਾਲ ਖੁਦੇ ਹੋਏ ਹਨ। ਫॉर ਸ਼ੀ ਇਜ਼ ਅ ਸੀਮਸਟ੍ਰੈਸ, ਕਿਉਂਕਿ ਉਹ ਇੱਕ ਦਰਜਨ ਹੈ। ਸ਼ੀ ਇਜ਼ ਐਮਬ੍ਰੋਇਡਰਿੰਗ ਫਲਾਵਰਸ ਔਨ ਅ ਸਾਟਨ ਗਾਊਨ, ਉਹ ਫੁੱਲਾਂ ਦੀ ਕਢਾਈ ਕਰ ਰਹੀ ਹੈ। ਐਮਬ੍ਰੋਇਡਰਿੰਗ ਕੀ ਹੁੰਦਾ? ਕਢਾਈ ਕਰਨਾ। ਫੁੱਲਾਂ ਦੀ ਕਢਾਈ ਕਰ ਰਹੀ ਹੈ ਇੱਕ ਸਾਟਨ ਦੇ ਗਾਊਨ ਦੇ ਉੱਪਰ। ਫॉर ਦ ਲਵਲੀਐਸਟ ਆਫ ਦ ਕੁਈਨਸ ਮੇਡਸ ਆਫ ਆਨਰ, ਇਹ ਜੋ ਕੀ ਹੈ ਕੁਈਨਸ ਦੀਆਂ ਜੋ ਨੌਕਰਾਣੀਆਂ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਪਿਆਰੀ ਜੋ ਨੌਕਰਾਣੀ ਹੈ ਉਸ ਦੇ ਲਈ ਉਹ ਕੀ ਹੈ ਇੱਕ ਸਾਟਨ ਦੇ ਗਾਊਨ ਦੇ ਉੱਪਰ ਫੁੱਲਾਂ ਦੀ ਕਢਾਈ ਕਰ ਰਹੀ ਹੈ। ਟੂ ਵੀਅਰ ਐਟ ਦਾ ਨੈਕਸਟ ਕੋਰਟ ਬਾਲ, ਜੋ ਕਿ ਉਸਨੇ ਅਗਲੀ ਜੋ ਦਰਬਾਰ ਦੇ ਵਿੱਚ ਕੋਰਟ ਦੇ ਵਿੱਚ ਪਾਰਟੀ ਹੋਣੀ ਹੈ, ਬਾਲ ਪਾਰਟੀ ਨੂੰ ਕਹਿ ਦਿੰਦੇ ਹਨ, ਜੋ ਪਾਰਟੀ ਹੋਣੀ ਹੈ ਉਸ ਦੇ ਲਈ ਉਹ ਕੀ ਹੈ ਉਸਦੇ ਸਾਟਨ ਦੇ ਗਾਊਨ ਦੇ ਉੱਪਰ ਫੁੱਲਾਂ ਦੀ ਕਢਾਈ ਕਰ ਰਹੀ ਹੈ। ਇਨ ਬੈਡ ਇਨ ਦਾ ਕਾਰਨਰ ਆਫ ਦਾ ਰੂਮ ਹਰ ਲਿਟਲ ਬॉय ਇਜ਼ ਲੇਇੰਗ ਇਲ, ਉਸੇ ਰੂਮ ਦੇ ਵਿੱਚ ਕਾਰਨਰ ਦੇ ਵਿੱਚ ਉਸ ਔਰਤ ਦਾ ਇੱਕ ਲੜਕਾ ਹੈ, ਜੋ ਛੋਟਾ ਲੜਕਾ ਹੈ ਉਹ ਬਿਮਾਰ ਪਿਆ ਹੈ। ਹੀ ਹੈਜ਼ ਫੀਵਰ ਐਂਡ ਇਜ਼ ਆਸਕਿੰਗ ਹਿਜ਼ ਮਦਰ ਟੂ ਗਿਵ ਹਿਮ ਔਰੰਜਸ, ਉਸ ਨੂੰ ਬੁਖਾਰ ਹੈ ਅਤੇ ਉਹ ਆਪਣੀ ਮਦਰ ਤੋਂ ਸੰਤਰਿਆਂ ਦੀ ਮੰਗ ਕਰ ਰਿਹਾ ਹੈ। ਹਿਜ਼ ਮਦਰ ਹੈਜ਼ ਨਥਿੰਗ ਟੂ ਗਿਵ ਹਿਮ ਬਟ ਰਿਵਰ ਵਾਟਰ, ਉਸ ਦੀ ਮਦਰ ਦੇ ਕੋਲ ਉਸ ਨੂੰ ਦੇਣ ਦੇ ਲਈ ਕੁਝ ਵੀ ਨਹੀਂ ਹੈ, ਸਿਰਫ ਨਦੀ ਦਾ ਪਾਣੀ ਹੈ। ਸੋ ਹੀ ਇਜ਼ ਕ੍ਰਾਈਂਗ, ਇਸ ਲਈ ਉਹ ਰੋ ਰਿਹਾ ਹੈ। ਸਵੈਲੋ, ਲਿਟਲ ਸਵੈਲੋ, ਵਿਲ ਯੂ ਨਾਟ ਬ੍ਰਿੰਗ ਹਰ ਦ ਰੂਬੀ ਆਊਟ ਆਫ ਮਾਈ ਸਵੋਰਡ ਹਿਲਟ, ਕੀ ਤੂੰ ਮੇਰੇ ਤਲਵਾਰ ਦੇ ਮੁੱਠੇ ਦੇ ਵਿੱਚੋਂ ਇਹ ਹੀਰਾ ਕੱਢ ਕੇ, ਇਹ ਰੂਬੀ ਕੱਢ ਕੇ ਨਹੀਂ ਲੈ ਜਾਵੇਂਗਾ ਉਸ ਨੂੰ ਦੇਣ ਦੇ ਲਈ। ਮਾਈ ਫੀਟ ਆਰ ਫੈਸਟਡ ਟੂ ਦ ਦਿਸ ਪੀਡੈਸਟਲ ਐਂਡ ਆਈ ਕਾਂਟ ਮੂਵ, ਮੇਰੇ ਪੈਰ ਇਸ ਪੀਡੈਸਟਲ ਦੇ ਨਾਲ, ਇਸ ਚੌਂਕੜੀ ਦੇ ਨਾਲ ਬਿਲਕੁਲ ਜਕੜੇ ਹੋਏ ਹਨ ਅਤੇ ਮੈਂ ਮੂਵ ਨਹੀਂ ਕਰ ਸਕਦਾ, ਮੈਂ ਇੱਥੋਂ ਹਿੱਲ ਨਹੀਂ ਸਕਦਾ। ਆਈ ਐਮ ਵੇਟਡ ਫॉर ਇਨ ਇਜਿਪਟ ਸੈਡ ਦਾ ਸਵੈਲੋ, ਸਵੈਲੋ ਕੀ ਆਂਸਰ ਦਿੰਦਾ ਹੈ? ਮੇਰਾ ਤਾਂ ਇਜਿਪਟ ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮਾਈ ਫਰੈਂਡਸ ਆਰ ਫਲਾਈਂਗ ਅਪ ਐਂਡ ਡਾਊਨ ਦਾ ਨਾਈਲ, ਮੇਰੇ ਜੋ ਦੋਸਤ ਹਨ ਉਹ ਨਾਈਲ ਨਦੀ ਜੋ ਹੈ ਇਜਿਪਟ ਵਿੱਚ ਉਸ ਦੇ ਉੱਪਰ ਉਹ ਉੱਡ ਰਹੇ ਹਨ। ਐਂਡ ਟਾਕਿੰਗ ਟੂ ਦਾ ਲੋਟਸ ਫਲਾਵਰਸ, ਅਤੇ ਲੋਟਸ ਦੇ ਫੁੱਲਾਂ ਦੇ ਨਾਲ ਉਹ ਗੱਲਾਂ ਕਰ ਰਹੇ ਹਨ। ਸੂਨ ਦੇ ਵਿਲ ਗੋ ਟੂ ਸਲੀਪ, ਜਲਦੀ ਹੀ ਉਹ ਸੌਂ ਜਾਣਗੇ। ਇਸ ਤਰ੍ਹਾਂ ਉਹ ਸਵੈਲੋ ਹੈ ਜੋ ਪ੍ਰਿੰਸ ਨੂੰ ਆਂਸਰ ਦਿੰਦਾ ਹੈ। ਦ ਪ੍ਰਿੰਸ ਆਸਕਡ ਦ ਸਵੈਲੋ ਟੂ ਸਟੇ ਵਿਦ ਹਿਮ ਫॉर ਵਨ ਨਾਈਟ, ਪ੍ਰਿੰਸ ਉਸ ਸਵੈਲੋ ਨੂੰ ਇੱਕ ਰਿਕੁਐਸਟ ਕਰਦਾ ਹੈ, ਉਸਨੂੰ ਕਹਿੰਦਾ ਹੈ ਕਿ ਇੱਕ ਰਾਤ ਤੂੰ ਮੇਰੇ ਕੋਲ ਰੁਕ ਜਾ। ਐਂਡ ਬੀ ਹਿਜ਼ ਮੈਸੇਂਜਰ, ਅਤੇ ਮੇਰਾ ਇੱਕ ਸੰਦੇਸ਼ ਵਾਹਕ ਬਣ ਕੇ ਰਹਿ, ਮੇਰਾ ਸੰਦੇਸ਼ ਤੂੰ ਅਲੱਗ-ਅਲੱਗ ਲੋਕਾਂ ਤੱਕ ਲੈ ਕੇ ਜਾਵੀਂ, ਇੱਕ ਰਾਤ ਤੂੰ ਮੇਰੇ ਕੋਲ ਰੁਕ ਜਾ। ਦ ਬॉय ਇਜ਼ ਸੋ ਥਰਸਟੀ ਐਂਡ ਦ ਮਦਰ ਸੋ ਸੈਡ, ਹੀ ਸੈਡ, ਪ੍ਰਿੰਸ ਉਸ ਨੂੰ ਦੱਸਦਾ ਹੈ ਕਿ ਜੋ ਲੜਕਾ ਹੈ ਬਹੁਤ ਜ਼ਿਆਦਾ ਪਿਆਸਾ ਹੈ ਅਤੇ ਜੋ ਉਸਦੀ ਮਦਰ ਹੈ ਉਹ ਬਹੁਤ ਹੀ ਉਦਾਸ ਹੈ। I don't think I like boys, answered the swallow. I want to go to Egypt. ਸਵੈਲੋ ਹੁਣ ਹੈਪੀ ਪ੍ਰਿੰਸ ਨੂੰ ਕੀ ਆਂਸਰ ਦਿੰਦਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਲੜਕੇ ਚੰਗੇ ਲੱਗਦੇ ਹਨ, ਮੈਂ ਤਾਂ ਇਜਿਪਟ ਜਾਣਾ ਚਾਹੁੰਦਾ ਹਾਂ। ਬਟ ਦ ਹੈਪੀ ਪ੍ਰਿੰਸ ਲੁਕਡ ਸੋ ਸੈਡ ਦੈਟ ਦ ਲਿਟਲ ਸਵੈਲੋ ਵਾਸ ਸੌਰੀ, ਪਰ ਹੈਪੀ ਪ੍ਰਿੰਸ ਉਸ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੈ
ਤੇ ਜੋ ਛੋਟਾ ਸਵੈਲੋ ਹੈ, ਅਵਾਬੀਲ ਹੈ, ਉਸਨੂੰ ਵੀ ਦੁੱਖ ਹੁੰਦਾ ਹੈ। ਇਟ ਇਜ਼ ਵੈਰੀ ਕੋਲਡ ਹੇਅਰ, ਹੀ ਸੈਡ। ਸਵੈਲੋ ਉਸਨੂੰ ਕੀ ਕਹਿੰਦਾ ਹੈ, ਇੱਥੇ ਬਹੁਤ ਜ਼ਿਆਦਾ ਸਰਦੀ ਵੀ ਹੈ। ਬਟ ਹੀ ਅਗਰੀਡ ਟੂ ਸਟੇ ਵਿਦ ਹਿਮ ਫॉर वन ਨਾਈਟ ਐਂਡ ਬੀ ਹਿਜ਼ ਮੈਸੇਂਜਰ। ਪਰ ਉਹ ਸਹਿਮਤ ਹੋ ਜਾਂਦਾ ਹੈ ਇੱਕ ਰਾਤ ਉਸ ਦੇ ਨਾਲ ਰੁਕਣ ਦੇ ਲਈ ਅਤੇ ਉਸ ਦਾ ਸੰਦੇਸ਼ ਵਾਹਕ ਬਣਨ ਦੇ ਲਈ। ਥੈਂਕ ਯੂ ਲਿਟਲ ਸਵੈਲੋ, ਸੈਡ ਦਾ ਪ੍ਰਿੰਸ। ਪ੍ਰਿੰਸ ਉਸ ਦਾ ਧੰਨਵਾਦ ਕਰਦਾ ਹੈ। ਦ ਸਵੈਲੋ ਪਿਕਡ ਆਊਟ ਦ ਗ੍ਰੇਟ ਰੂਬੀ ਫਰੋਮ ਦ ਪ੍ਰਿੰਸਸ ਸਵॉर्ड। ਉਹ ਸਵੈਲੋ ਹੁਣ ਕੀ ਕਰਦਾ ਹੈ, ਉਹ ਰਾਜਕੁਮਾਰ ਦੇ ਪ੍ਰਿੰਸ ਦੇ ਜੋ ਤਲਵਾਰ ਹੈ ਪ੍ਰਿੰਸ ਦੀ, ਉਸ ਦੇ ਵਿੱਚੋਂ ਉਸ ਵੱਡੇ ਹੀਰੇ ਨੂੰ ਕੱਢ ਲੈਂਦਾ ਹੈ। ਐਂਡ ਫਲੂ ਅਵੇ ਵਿਦ ਇਟ ਇਨ ਹਿਜ਼ ਬੀਕ ਓਵਰ ਦ ਰੂਫਸ ਆਫ ਦ ਟਾਊਨ। ਹੁਣ ਆਪਣੀ ਚੁੰਝ ਵਿੱਚ ਉਸ ਰੂਬੀ ਨੂੰ ਲੈ ਕੇ, ਉਸ ਹੀਰੇ ਨੂੰ ਲੈ ਕੇ ਸ਼ਹਿਰ ਦੀਆਂ ਛੱਤਾਂ ਦੇ ਉੱਪਰ ਦੀ ਉੜਦਾ ਹੋਇਆ ਜਾ ਰਿਹਾ ਹੈ। ਹੀ ਪਾਸਡ ਬਾਈ ਦ ਕੈਂਥਰਲ ਟਾਵਰ। ਉਹ ਕੈਂਥਰਲ ਟਾਵਰ ਦੇ ਕੋਲ ਦੀ ਗੁਜ਼ਰਦਾ ਹੈ। ਵੇਅਰ ਦ ਵਾਈਟ ਮਾਰਬਲ ਐਂਜਲਸ ਵਰ ਸਕਲਪਚਰਡ। ਜਿੱਥੇ ਕੀ ਹੈ, ਸਫੇਦ ਪੱਥਰ ਦੇ ਦੇਵਤਿਆਂ ਦੀਆਂ ਮੂਰਤੀਆਂ ਘੜੀਆਂ ਹੋਈਆਂ ਹਨ। ਹੀ ਪਾਸਡ ਬਾਈ ਦ ਪੈਲਸ ਐਂਡ ਹੇਅਰਡ ਦ ਸਾਊਂਡ ਆਫ ਡਾਂਸਿੰਗ। ਉਹ ਮਹਿਲ ਦੇ ਕੋਲ ਦੀ ਗੁਜ਼ਰਦਾ ਹੈ ਅਤੇ ਡਾਂਸ ਦੀ ਆਵਾਜ਼ ਉਸਨੂੰ ਸੁਣਾਈ ਦਿੰਦੀ ਹੈ। A beautiful girl came out on the balcony with her husband। ਇੱਕ ਸੁੰਦਰ ਲੜਕੀ ਆਪਣੇ ਆਪਣੇ came out on the balcony with her lover। ਆਪਣੇ ਪ੍ਰੇਮੀ ਦੇ ਨਾਲ ਇੱਕ ਸੁੰਦਰ ਲੜਕੀ ਬੈਲਕੋਨੀ ਦੇ ਵਿੱਚ ਆਉਂਦੀ ਹੈ। I hope my dress will be ready in time for the state ball। ਉਹ ਕੀ ਕਹਿੰਦੀ ਹੈ ਕਿ ਮੈਂ ਆਸ ਕਰਦੀ ਹਾਂ ਕਿ ਮੇਰੀ ਡਰੈਸ ਰੈਡੀ ਹੋ ਜਾਵੇਗੀ ਸਟੇਟ ਬਾਲ ਦੇ ਲਈ, ਜੋ ਸਟੇਟ ਪਾਰਟੀ ਹੋਣੀ ਹੈ ਉਸ ਦੇ ਲਈ ਮੇਰੀ ਡਰੈਸ ਰੈਡੀ ਹੋ ਜਾਵੇਗੀ। ਇਸ ਤਰ੍ਹਾਂ ਉਹ ਆਪਣੇ ਲਵਰ ਨੂੰ ਕਹਿ ਰਹੀ ਹੈ। ਆਈ ਹੈਵ ਆਰਡਰਡ ਫਲਾਵਰਸ ਟੂ ਬੀ ਐਮਬੋਰਡਰਡ ਔਨ ਇਟ। ਮੈਂ ਇਸ ਉੱਪਰ ਫੁੱਲਾਂ ਦੀ ਕਢਾਈ ਕਰਨ ਦੇ ਲਈ ਆਰਡਰ ਕੀਤਾ ਸੀ। ਬਟ ਦ ਸੀਮਸਟ੍ਰੈਸ ਆਰ ਸੋ ਲੇਜ਼ੀ। ਪਰ ਜੋ ਸੀਮਸਟ੍ਰੈਸਸ ਹੁੰਦੀਆਂ ਹਨ, ਦਰਜਨਾਂ ਹੁੰਦੀਆਂ ਹਨ, ਇਹ ਬਹੁਤ ਸੁਸਤ ਹੁੰਦੀਆਂ ਹਨ। ਇਸ ਤਰ੍ਹਾਂ ਉਹ ਕੀ ਹੈ, ਆਪਣੇ ਲਵਰ ਦੇ ਨਾਲ ਗੱਲ ਕਰ ਰਹੀ ਹੈ ਕਿ ਮੈਂ ਜੋ ਸਟੇਟ ਬਾਲ ਦੇ ਉੱਪਰ ਪਾਰਟੀ ਦੇ ਉੱਪਰ ਮੈਂ ਜੋ ਡਰੈਸ ਪਹਿਨਣੀ ਹੈ ਕਢਾਈ ਕਰਨ ਦੇ ਲਈ, ਜੋ ਮੈਂ ਆਪਣੀ ਡਰੈਸ ਦਿੱਤੀ ਹੋਈ ਹੈ, ਉਹ ਮੈਂ ਆਸ ਕਰਦੀ ਹਾਂ ਕਿ ਤਿਆਰ ਹੋ ਜਾਵੇਗੀ ਸਮੇਂ ਤੇ। ਪਰ ਨਾਲ ਹੀ ਉਹ ਕੀ ਕਹਿੰਦੀ ਹੈ ਕਿ ਜੋ ਦਰਜਨਾਂ ਹੁੰਦੀਆਂ ਹਨ, ਸੀਮਸਟ੍ਰੈਸਸ ਹੁੰਦੀਆਂ ਹਨ, ਉਹ ਬਹੁਤ ਸੁਸਤ ਹੁੰਦੀਆਂ ਹਨ। ਇਹ ਸਾਰੀਆਂ ਗੱਲਾਂ ਸੁਣਦਾ ਹੋਇਆ ਜੋ ਸਵੈਲੋ ਹੈ ਉਹ ਉੱਡਦਾ ਜਾ ਰਿਹਾ ਹੈ। ਹੀ ਪਾਸਡ ਓਵਰ ਦਾ ਰੀਵਰ। ਫਿਰ ਉਹ ਇੱਕ ਨਦੀ ਦੇ ਉੱਪਰ ਦੀ ਗੁਜ਼ਰਦਾ ਹੈ। ਐਂਡ saw the lanterns hanging on the masts of the ships। ਅਤੇ ਲੈਂਟਰਨ ਉਹ ਲਟਕਦੀਆਂ ਹੋਈਆਂ ਦੇਖਦਾ ਹੈ, ਜਿਸ ਨੂੰ ਆਪਾਂ ਲਾਲਟੈਨਸ ਕਹਿੰਦੇ ਆ ਨਾ। ਉਹ ਕੀ ਹੈ, ਸ਼ਿਪ ਦੀਆਂ ਸਾਈਡਸ ਦੇ ਉੱਪਰ ਕੀ ਹੈ, ਰੋਸ਼ਨੀ ਦੇ ਲਈ ਸ਼ਿਪ ਦੀ ਸਾਈਡ ਦੇ ਉੱਪਰ ਕੀ ਹੈ, ਲੈਂਟਰਨ ਲਗਾਈਆਂ ਹੁੰਦੀਆਂ ਹਨ ਜੋ ਕੀ ਹੈ ਲਟਕ ਰਹੀਆਂ ਹਨ। ਉਹਨਾਂ ਨੂੰ ਦੇਖਦੇ ਹੋਏ ਉਹ ਲੰਘਦਾ ਹੈ। ਐਟ ਲਾਸਟ ਹੀ ਕੇਮ ਟੂ ਦਾ ਪੂਅਰ ਹਾਊਸ ਐਂਡ ਲੁਕਡ ਇਨ। ਲਾਸਟ ਵਿੱਚ ਉਹ ਉਸ ਗਰੀਬ ਘਰ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਅੰਦਰ ਵੇਖਦਾ ਹੈ। ਦ ਬॉय ਵਾਜ਼ ਟੌਸਿੰਗ ਫੀਵਰਿਸ਼ਲੀ ਔਨ ਹਿਜ਼ ਬੈਡ। ਉਹ ਕੀ ਵੇਖਦਾ ਹੈ, ਜੋ ਲੜਕਾ ਹੈ ਉਹ ਕੀ ਹੈ, ਟੌਸਿੰਗ ਕੀ ਹੁੰਦਾ, ਉਹ ਪਾਸੇ ਬਦਲ ਰਿਹਾ ਹੈ। ਬੁਖਾਰ ਹੈ ਉਸਨੂੰ, ਆਪਣੇ ਬੈੱਡ ਦੇ ਉੱਪਰ ਪਿਆ ਕੀ ਹੈ, ਉਹ ਪਾਸੇ ਬਦਲ ਰਿਹਾ ਹੈ। ਐਂਡ ਦਾ ਮਦਰ ਹੈਡ ਫਾਲਨ ਅਸਲੀਪ। ਅਤੇ ਮਦਰ ਹੈ ਜੋ ਉਸਦੀ, ਜੋ ਸੀਮਸਟ੍ਰੈਸ ਹੈ, ਉਸਨੂੰ ਨੀਂਦ ਆ ਗਈ ਹੈ, ਉਹ ਸੌਂ ਗਈ ਹੈ। ਸ਼ੀ ਵਾਜ਼ ਸੋ ਟਾਇਰਡ। ਕਿਉਂਕਿ ਉਹ ਬਹੁਤ ਜ਼ਿਆਦਾ ਥੱਕੀ ਹੋਈ ਸੀ। ਇਨ ਹੀ ਹੌਪ ਐਂਡ ਲੇਡ ਦ ਗ੍ਰੇਟ ਰੂਬੀ ਔਨ ਦ ਟੇਬਲ ਬਿਸਾਈਡ ਦ ਵੂਮੈਨਸ ਥਿੰਬਲ। ਹੁਣ ਉਹ ਕੀ ਹੈ, ਜੋ ਉਸਦੇ ਕੋਲ ਰੂਬੀ ਹੈ, ਹੀਰਾ ਹੈ, ਉਹ ਕੀ ਕਰਦਾ ਹੈ, ਉਸ ਔਰਤ ਦੇ ਕੋਲ ਇੱਕ ਟੇਬਲ ਜੋ ਪਿਆ ਹੈ ਉਸਦੇ ਉੱਪਰ ਰੱਖ ਦਿੰਦਾ ਹੈ। ਬਿਸਾਈਡ ਦ ਵੂਮੈਨਸ ਥਿੰਬਲ। ਥਿੰਬਲ ਕੀ ਹੁੰਦਾ ਬੇਟਾ, ਇਹ ਜੋ ਉਂਗਲ ਨੂੰ ਕਵਰ ਕਰਨ ਦੇ ਲਈ ਇੱਕ ਮੈਟਲ ਦੀ ਬਣੀ ਹੋਈ ਚੀਜ਼ ਹੁੰਦੀ ਹੈ, ਇਸ ਨੂੰ ਥਿੰਬਲ ਕਹਿ ਦਿੰਦੇ ਹਾਂ ਅਸੀਂ। ਸਮਾਲ ਮੈਟਲ ਕੈਪ ਹੁੰਦੀ ਹੈ ਇਹ ਉਂਗਲ ਨੂੰ ਪ੍ਰੋਟੈਕਟ ਕਰਨ ਦੇ ਲਈ। ਕਿਉਂਕਿ ਆਪਾਂ ਨੂੰ ਪਤਾ ਹੈ ਨਾ, ਉਹ ਇੱਕ ਦਰਜਨ ਸੀ, ਹਰ ਵਕਤ ਉਸਦੇ ਸੂਈਆਂ ਵੱਜਦੀਆਂ ਰਹਿੰਦੀਆਂ ਸੀ ਉਂਗਲਾਂ ਦੇ ਉੱਪਰ। ਇਸ ਲਈ ਉਹ ਕੀ ਹੈ, ਥਿੰਬਲ ਵਗੈਰਾ ਦੀ ਯੂਜ਼ ਕਰਦੀ ਸੀ ਉਂਗਲ ਉੱਪਰ ਚੜਾਉਣ ਦੇ ਲਈ। ਉਸਦੇ ਕੋਲ ਹੀ, ਟੇਬਲ ਦੇ ਕੋਲ ਇਹ ਥਿੰਬਲ ਪਈ ਹੈ। ਉਸਦੇ ਨਾਲ ਹੀ ਉਹ ਕੀ ਹੈ, ਟੇਬਲ ਦੇ ਉੱਪਰ ਜੋ ਸਵੈਲੋ ਹੈ ਰੂਬੀ ਨੂੰ ਰੱਖ ਦਿੰਦਾ ਹੈ, ਉਸ ਹੀਰੇ ਨੂੰ ਰੱਖ ਦਿੰਦਾ ਹੈ। ਦੈਨ ਹੀ ਫਲੂ ਜੈਂਟਲੀ ਰਾਉਂਡ ਦਾ ਬੈਡ। ਫਿਰ ਉਹ ਕੀ ਹੈ, ਬੜੇ ਹੀ ਆਰਾਮ ਦੇ ਨਾਲ ਬੈੱਡ ਦੇ ਦੁਆਲੇ ਉੱਡਦਾ ਹੈ। ਫੈਨਿੰਗ ਦਾ ਬॉयਜ਼ ਫੋਰਹੈਡ ਵਿਦ ਹਿਜ਼ ਵਿੰਗਸ। ਆਪਣੇ ਖੰਭਾਂ ਦੇ ਨਾਲ ਉਸ ਲੜਕੇ ਦੇ ਮੱਥੇ ਦੇ ਉੱਤੇ ਪੱਖੀ ਝੱਲਦਾ ਹੋਇਆ।
How cool I feel, said the boy. ਉਹ ਲੜਕਾ ਕੀ ਬੋਲਦਾ ਹੈ? ਬੁਖਾਰ ਦੇ ਵਿੱਚ ਹੀ ਹੈ ਲੜਕਾ, ਸੁੱਤਾ ਹੋਇਆ ਹੈ ਅਤੇ ਪਾਸੇ ਬਦਲ ਰਿਹਾ ਹੈ। ਕੀ ਉਹ ਬੋਲਦਾ ਹੈ ਲੜਕਾ ਕਿ ਮੈਂ ਕਿੰਨਾ ਠੰਡਾ ਮਹਿਸੂਸ ਕਰ ਰਿਹਾ ਹਾਂ। I must be getting better. ਮੈਂ ਜ਼ਰੂਰ ਠੀਕ ਹੋ ਰਿਹਾ ਹੋਵਾਂਗਾ। And he sank into a delicious slumber. ਅਤੇ ਉਹ ਗੂੜੀ ਨੀਂਦ ਵਿੱਚ ਸੌ ਜਾਂਦਾ ਹੈ। Then the swallow flew back to the happy prince and told him what he had done. ਫਿਰ ਉਹ ਸਵੈਲੋ ਵਾਪਸ ਹੈਪੀ ਪ੍ਰਿੰਸ ਕੋਲ ਉੱਡ ਕੇ ਆਉਂਦਾ ਹੈ ਅਤੇ ਉਸਨੂੰ ਦੱਸਦਾ ਹੈ ਕਿ ਉਸਨੇ ਕੀ ਕੀਤਾ। It is curious, he remarked, but I feel quite warm now. ਇਹ ਬੜਾ ਹੀ curious ਸੀ, ਬੜਾ ਹੀ ਉਤੇਜਨਾ ਵਾਲੀ ਗੱਲ ਸੀ, ਪਰ ਅਜੀਬ ਸੀ ਇਹ। But I feel quite warm now, although it is so cold. ਭਾਵੇਂ ਦੀ ਬਹੁਤ ਜ਼ਿਆਦਾ ਠੰਡ ਹੈ, ਪਰ ਮੈਂ ਕਾਫੀ ਗਰਮਾਇਸ਼ ਮਹਿਸੂਸ ਕਰ ਰਿਹਾ ਹਾਂ। ਅਵਾਬੀਲ ਹੈ ਜੋ ਹੈਪੀ ਪ੍ਰਿੰਸ ਨੂੰ ਦੱਸਦਾ ਹੈ ਕਿ ਇਹ ਬੜਾ ਹੀ ਅਜੀਬ ਸੀ ਇਸ ਤਰ੍ਹਾਂ ਕਰਨਾ, ਅਤੇ ਭਾਵੇਂ ਹੁਣ ਇੱਥੇ ਬਹੁਤ ਜ਼ਿਆਦਾ ਠੰਡ ਹੈ, ਪਰ ਮੈਂ ਕੀ ਹੈ ਇੱਕ ਗਰਮਾਇਸ਼ ਜਿਹੀ ਮਹਿਸੂਸ ਕਰ ਰਿਹਾ ਹਾਂ। That is because you have done a good action, said the prince. ਪ੍ਰਿੰਸ ਉਸ ਨੂੰ ਕੀ ਕਹਿੰਦਾ ਹੈ? ਇਹ ਇਸ ਲਈ ਹੈ ਕਿਉਂਕਿ ਤੂੰ ਇੱਕ ਬਹੁਤ ਵਧੀਆ ਕੰਮ ਕੀਤਾ ਹੈ। And the little swallow began to think. ਅਤੇ ਅਵਾਬੀਲ ਹੈ ਜੋ ਸਵੈਲੋ ਹੈ ਉਹ ਸੋਚਣਾ ਸ਼ੁਰੂ ਕਰ ਦਿੰਦਾ ਹੈ। And then fell asleep. ਅਤੇ ਫਿਰ ਉਹ ਸੌਂ ਜਾਂਦਾ ਹੈ। Thinking always made him sleep. ਜਦ ਵੀ ਉਹ ਕਦ ਸੋਚਦਾ ਹੈ ਨਾ ਉਸਨੂੰ ਨੀਂਦ ਆ ਜਾਂਦੀ ਹੈ। ਹਰ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਦ ਵੀ ਸਵੈਲੋ ਸੋਚਣਾ ਕੋਈ ਸ਼ੁਰੂ ਕਰ ਦਿੰਦਾ ਹੈ ਉਸਨੂੰ ਨੀਂਦ ਆ ਜਾਂਦੀ ਹੈ। When the moon rose, ਜਦ ਚੰਦਰਮਾ ਨਿਕਲਦਾ ਹੈ, he flew back to the happy prince. ਚੰਦਰਮਾ ਜਦ ਆਕਾਸ਼ ਵਿੱਚ ਚਮਕਣਾ ਸ਼ੁਰੂ ਕਰ ਦਿੰਦਾ ਹੈ ਉਹ ਦੁਬਾਰਾ ਹੈਪੀ ਪ੍ਰਿੰਸ ਕੋਲ ਉੱਡ ਕੇ ਜਾਂਦਾ ਹੈ। Have you any commission for Egypt? ਕੀ ਤੁਹਾਨੂੰ ਇਜਿਪਟ ਦੇ ਵਿੱਚ ਕੋਈ ਖਾਸ ਕੰਮ ਹੈ? He cried. I am just starting. ਬਸ ਮੈਂ ਜਾ ਹੀ ਰਿਹਾ ਹਾਂ। ਹੁਣ ਉਹ ਜੋ ਸਵੈਲੋ ਹੈ ਹੈਪੀ ਪ੍ਰਿੰਸ ਨੂੰ ਦੱਸਦਾ ਹੈ ਕਿ ਤੁਹਾਨੂੰ ਕੋਈ ਕੰਮ ਹੈ ਇਜਿਪਟ ਦੇ ਵਿੱਚ ਤਾਂ ਮੈਨੂੰ ਦੱਸੋ, ਪੁੱਛਦਾ ਹੈ ਹੈਪੀ ਪ੍ਰਿੰਸ ਨੂੰ, ਕਿਉਂਕਿ ਮੈਂ ਬਸ ਇਜਿਪਟ ਵੱਲ ਹੁਣ ਜਾ ਰਿਹਾ ਹਾਂ। Swallow, swallow, little swallow, said the prince. Will you stay with me one night longer? ਕੀ ਤੁਸੀਂ ਮੇਰੇ ਨਾਲ ਇੱਕ ਰਾਤ ਹੋਰ ਰੁਕ ਜਾਓਗੇ? I am waited for in Egypt, answered the swallow. ਇਜਿਪਟ ਵਿੱਚ ਮੇਰਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਵੈਲੋ ਉਸ ਨੂੰ ਆਨਸਰ ਦੇ ਰਿਹਾ ਹੈ ਕਿ ਮੈਂ ਨਹੀਂ ਰੁਕ ਸਕਾਂਗਾ ਕਿਉਂਕਿ ਇਜਿਪਟ ਦੇ ਵਿੱਚ ਮੇਰਾ ਇੰਤਜ਼ਾਰ ਕੀਤਾ ਜਾ ਰਿਹਾ ਹੈ। Swallow, swallow, little swallow, said the prince, far away across the city I see a young man in a garret. ਦੂਰ ਸ਼ਹਿਰ ਦੇ ਵਿੱਚ, ਸ਼ਹਿਰ ਤੋਂ ਪਾਰ, far away across the city, ਸ਼ਹਿਰ ਤੋਂ ਪਾਰ ਮੈਂ ਕੀ ਦੇਖ ਰਿਹਾ ਹਾਂ ਕਿ ਇੱਕ ਯੰਗ ਮੈਨ, ਇੱਕ ਜਵਾਨ ਆਦਮੀ ਆਪਣੀ ਅਟਾਰੀ ਦੇ ਵਿੱਚ ਬੈਠਾ ਹੈ, ਆਪਣੇ ਇੱਕ ਕਮਰੇ ਦੇ ਵਿੱਚ ਪੜਛੱਤੀ ਦੇ ਵਿੱਚ ਬੈਠਾ ਹੈ। He is leaning over a desk covered with papers. ਉਹ ਕੀ ਹੈ? ਇੱਕ ਡੈਸਕ ਦੇ ਉੱਪਰ ਝੁਕਿਆ ਹੋਇਆ ਹੈ। ਲੀਨਿੰਗ ਕੀ ਹੁੰਦਾ? ਝੁੱਕ ਕੇ ਬੈਠ ਜਾਣਾ। ਉਹ ਇੱਕ ਡੈਸਕ ਦੇ ਉੱਪਰ, ਟੇਬਲ ਦੇ ਉੱਪਰ ਝੁੱਕ ਕੇ ਬੈਠਾ ਹੋਇਆ ਹੈ, ਜੋ ਟੇਬਲ ਕੀ ਹੈ? ਪੇਪਰਸ ਦੇ ਨਾਲ ਭਰਿਆ ਹੋਇਆ ਹੈ। ਐਂਡ ਇਨ ਦਾ ਗਲਾਸ ਬਾਈ ਹਿਸ ਸਾਈਡ, ਅਤੇ ਸਾਈਡ ਦੇ ਉੱਪਰ ਉਸਦੇ ਇੱਕ ਗਲਾਸ ਪਿਆ ਹੈ। ਹੇਅਰ ਵਿਦ ਅ ਬੰਚ ਆਫ ਵਿਦਰਡ ਵਾਇਲਟਸ, ਜੋ ਕੀ ਹੈ? ਮੁਰਝਾਏ ਹੋਏ ਬਨਸ਼ਫੇ ਦੇ ਫੁੱਲਾਂ ਦੇ ਨਾਲ ਗਲਾਸ ਭਰਿਆ ਹੋਇਆ ਹੈ। ਹਿਸ ਹੇਅਰ ਇਜ਼ ਬਰਾਊਨ ਐਂਡ ਕ੍ਰਿਸਪ, ਉਸਦੇ ਵਾਲ ਭੂਰੇ ਹਨ ਅਤੇ ਘੁੰਘਰਾਲੇ ਹਨ। ਐਂਡ ਹਿਸ ਲਿਪਸ ਆਰ ਰੈਡ ਐਜ਼ ਆ ਪੋਮਗ੍ਰੈਨੇਟਸ, ਉਸਦੇ ਬੁੱਲ ਕਿਸ ਤਰ੍ਹਾਂ ਹਨ? ਇੱਕ ਪੋਮਗ੍ਰੈਨੇਟਸ ਦੀ ਤਰ੍ਹਾਂ ਹਨ। ਇਹ ਇੱਕ ਛੋਟਾ ਦਰਖਤ ਹੁੰਦਾ ਹੈ, ਸਾਊਥ ਵੈਸਟ ਵਿੱਚ ਹੁੰਦਾ ਹੈ, ਸਾਊਥ ਵੈਸਟ ਏਸ਼ੀਆ ਦੇ ਵਿੱਚ, ਜਿਸ ਦੇ ਕੀ ਹੈ? ਲਾਲ ਫਰੂਟਸ ਲੱਗੇ ਹੋਏ ਹੁੰਦੇ ਹਨ। ਤਾਂ ਕੀ ਕਹਿ ਰਿਹਾ ਹੈ ਜੋ ਪੋਇਟ ਹੈਪੀ ਪ੍ਰਿੰਸ ਹੈ ਉਸਨੂੰ ਕੀ ਕਹਿ ਰਿਹਾ ਹੈ ਕਿ ਉਸ ਲੜਕੇ ਦੇ ਵਾਲ ਹਨ ਜੋ ਭੂਰੇ ਹਨ, ਘੁੰਘਰਾਲੇ ਹਨ, ਅਤੇ ਉਸਦੇ ਬੁੱਲ ਕਿਸ ਤਰ੍ਹਾਂ ਹਨ? ਪੋਮਗ੍ਰੈਨੇਟ ਦੀ ਤਰ੍ਹਾਂ ਹਨ। ਇਹ ਇੱਕ ਫਲ ਹੁੰਦਾ ਹੈ ਲਾਲ ਰੰਗ ਦਾ, ਉਸ ਦੀ ਤਰ੍ਹਾਂ ਉਸਦੇ ਬੁੱਲ ਹਨ। ਐਂਡ ਹੀ ਹੈਜ਼ ਲਾਰਜ ਐਂਡ ਡ੍ਰੀਮੀ ਆਈਜ਼, ਅਤੇ ਉਸਦੀਆਂ ਵੱਡੀਆਂ ਵੱਡੀਆਂ ਸੁਪਨਮਈ ਅੱਖਾਂ ਹਨ। He is trying to finish a play for the director of the theatre. ਉਹ ਥੀਏਟਰ ਦੇ ਡਾਇਰੈਕਟਰ ਦੇ ਲਈ ਇੱਕ ਪਲੇ ਫਿਨਿਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇੱਕ ਨਾਟਕ ਲਿਖ ਰਿਹਾ ਹੈ, ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। But he is too cold to write anymore. ਪਰ ਉਹ ਬਹੁਤ ਹੀ ਜ਼ਿਆਦਾ ਠੰਡ ਹੋਣ ਦੇ ਕਾਰਨ ਉਹ ਬਹੁਤ ਠੰਡਾ ਹੋ ਚੁੱਕਾ ਹੈ ਅਤੇ ਹੋਰ ਉਹ ਨਹੀਂ ਲਿਖ ਪਾ ਰਿਹਾ। There is no fire in the grate and hunger has made him faint. ਉਸਦੀ ਜੋ ਅਟਾਰੀ ਹੈ, ਉਸਦਾ ਕਮਰਾ ਹੈ, ਉਸ ਵਿੱਚ ਅੱਗ ਵੀ ਨਹੀਂ ਹੈ ਸੇਕਣ ਦੇ ਲਈ,
ਅਤੇ ਭੁੱਖ ਨੇ ਉਸਨੂੰ ਬਿਲਕੁਲ ਬੇਹੋਸ਼ ਹੀ ਕਰ ਛੱਡਿਆ ਹੈ। I will wait with you one night longer, said the swallow. ਸਵੈਲੋ ਉਸਨੂੰ ਅਖੀਰ ਕਹਿ ਦਿੰਦਾ ਹੈ ਕਿ ਚਲੋ ਮੈਂ ਇੱਕ ਰਾਤ ਹੋਰ ਤੁਹਾਡੇ ਨਾਲ ਰੁਕ ਜਾਂਦਾ ਹਾਂ। Who really had a good heart. ਸਵੈਲੋ ਦਾ ਦਿਲ ਕੀ ਹੈ, ਬਹੁਤ ਹੀ ਚੰਗਾ ਸੀ ਤੇ ਉਹ ਆਪਣੇ ਵੱਲੋਂ ਇਹ ਸਹਿਮਤੀ ਦੇ ਦਿੰਦਾ ਹੈ ਪ੍ਰਿੰਸ ਨੂੰ ਕਿ ਮੈਂ ਇੱਕ ਰਾਤ ਤੁਹਾਡੇ ਨਾਲ ਹੋਰ ਰੁਕ ਜਾਂਦਾ ਹਾਂ। He asked if he should take another ruby to the young playwright. ਹੁਣ ਉਹ ਪ੍ਰਿੰਸ ਨੂੰ ਪੁੱਛਦਾ ਹੈ ਕਿ ਮੈਨੂੰ ਇੱਕ ਹੋਰ ਰੂਬੀ ਲੈ ਕੇ ਜਾਣਾ ਪਵੇਗਾ ਇਸ ਪਲੇ ਰਾਈਟਰ ਦੇ ਕੋਲ। ਅਲਾਸ ਆਈ ਹੈਵ ਨੋ ਰੂਬੀ ਨਾਓ, ਸੈਡ ਦਾ ਪ੍ਰਿੰਸ। ਪਰ ਪ੍ਰਿੰਸ ਬਹੁਤ ਹੀ ਦੁਖੀ ਹੋ ਕੇ ਕੀ ਕਹਿੰਦਾ ਹੈ ਕਿ ਮੇਰੇ ਕੋਲ ਹੋਰ ਕੋਈ ਵੀ ਰੂਬੀ ਨਹੀਂ ਹੈ। ਮਾਈ ਆਈਜ਼ ਆਰ ਆਲ ਦੈਟ ਆਈ ਹੈਵ ਲੈਫਟ। ਬਸ ਮੇਰੀਆਂ ਅੱਖਾਂ ਹੀ ਹਨ ਜੋ ਬਚੀਆਂ ਹਨ ਮੇਰੇ ਕੋਲ। ਦੇ ਆਰ ਮੇਡ ਆਫ ਰੇਅਰ ਸੈਫਾਇਰਸ। ਇਹ ਦੁਰਲਭ ਸੈਫਾਇਰ ਦੀਆਂ ਬਣੀਆਂ ਹੋਈਆਂ ਹਨ, ਨੀਲਮ ਦੀਆਂ ਬਣੀਆਂ ਹੋਈਆਂ ਹਨ। ਵਿਚ ਵਰ ਬਰਾਊਟ ਆਊਟ ਆਫ ਇੰਡੀਆ ਇਨ ਥਾਊਜ਼ੈਂਡਸ ਈਅਰਸ ਐਗੋ। ਜੋ ਕੀ ਹੈ ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿੱਚ ਲਿਆਂਦੀਆਂ ਗਈਆਂ ਸਨ। He ordered the swallow to pluck out one of them and take it to the playwright. ਉਹ ਸਵੈਲੋ ਨੂੰ ਕੀ ਕਹਿੰਦਾ ਹੈ, ਤੂੰ ਇਹਨਾਂ ਵਿੱਚੋਂ ਇੱਕ ਅੱਖ ਬਾਹਰ ਕੱਢ ਲੈ ਅਤੇ ਪਲੇ ਰਾਈਟਰ ਕੋਲ ਇਸ ਨੂੰ ਲੈ ਜਾ। He will sell it to the jeweler and buy firewood and finish his play, he said. ਪ੍ਰਿੰਸ ਕੀ ਕਹਿੰਦਾ ਹੈ ਕਿ ਉਹ ਜੋ ਪਲੇ ਰਾਈਟਰ ਹੈ ਇਹ ਅੱਖ ਨੂੰ ਕੀ ਕਰੇਗਾ, ਕਿਸੇ ਜੂਲਰ ਨੂੰ ਵੇਚ ਦੇਵੇਗਾ, ਸੁਨਿਆਰ ਨੂੰ ਵੇਚ ਦੇਵੇਗਾ ਅਤੇ ਆਪਣੇ ਲਈ ਜਲਾਉਣ ਵਾਲੀ ਲੱਕੜੀ ਖਰੀਦ ਲਵੇਗਾ ਅਤੇ ਆਪਣਾ ਪਲੇ ਪੂਰਾ ਕਰ ਲਵੇਗਾ, ਨਾਟਕ ਪੂਰਾ ਕਰ ਲਵੇਗਾ। ਕਿਉਂਕਿ ਉਸਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ ਸੀ। ਜਲਾਉਣ ਵਾਲੀ ਲੱਕੜੀ ਜਦ ਲੈ ਲਵੇਗਾ ਤਾਂ ਉਸਨੂੰ ਗਰਮਾਇਸ਼ ਆ ਜਾਵੇਗੀ ਅਤੇ ਉਹ ਆਪਣਾ ਨਾਟਕ ਪੂਰਾ ਕਰ ਲਵੇਗਾ। ਡੀਅਰ ਪ੍ਰਿੰਸ, ਸੈਡ ਦਾ ਸਵੈਲੋ, ਆਈ ਕਾਂਟ ਡੂ ਦੈਟ। ਸਵੈਲੋ ਉਸਨੂੰ ਕੀ ਕਹਿੰਦਾ ਹੈ, ਪਿਆਰੇ ਰਾਜਕੁਮਾਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ। ਐਂਡ ਹੀ ਬਿਗਨ ਟੂ ਵੀਪ। ਅਤੇ ਇਸ ਤਰ੍ਹਾਂ ਕਹਿ ਕੇ ਸਵੈਲੋ ਰੋਣਾ ਸ਼ੁਰੂ ਕਰ ਦਿੰਦਾ ਹੈ। ਸਵੈਲੋ ਸਵੈਲੋ ਲਿਟਲ ਸਵੈਲੋ, ਸੈਡ ਦਾ ਪ੍ਰਿੰਸ, ਡੂ ਐਜ਼ ਆਈ ਕਮਾਂਡ ਯੂ। ਤੂੰ ਉਸੇ ਤਰ੍ਹਾਂ ਹੀ ਕਰ ਜਿਵੇਂ ਮੈਂ ਤੁਹਾਨੂੰ ਕਮਾਂਡ ਕਰ ਰਿਹਾ ਹਾਂ। Okay students, we will continue this chapter in our next video lecture. Till then, goodbye.